ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਰੌਸ਼ਨੀਆਂ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਦਾ ਨਾਮ ਲੋਕ ਕੀ ਕਹਿਣਗੇ। ਲੋਕ ਅਕਸਰ ਉਹੀ ਕੁਝ ਕਹਿੰਦੇ ਹਨ ਜੋ ਕਹਿਣ ਵਾਲਿਆਂ ਦੀ ਕਹਿਣ ਵਿੱਚ ਅਤੇ ਸੁਣਨ ਵਾਲਿਆਂ ਦੀ ਸੁਣਨ ਵਿੱਚ ਦਿਲਚਸਪੀ ਹੁੰਦੀ ਹੈ। ਸਮਾਜ ਵਿੱਚ ਅਰਥਪੂਰਨ ਢੰਗ ਨਾਲ ਰਹਿਣ ਦੇ ਲਈ ਆਲੇ ਦੁਆਲੇ ਲੋਕਾਂ ਬਾਰੇ ਜਾਣਕਾਰੀ ਚਾਹੀਦੀ ਹੁੰਦੀ ਹੈ। ਜੋ ਅਸੀਂ ਕਹਿੰਦੇ ਸੁਣਦੇ ਹਾਂ ਉਹ ਜਾਣਕਾਰੀ ਹੀ ਹੁੰਦੀ ਹੈ ਜਿਹੜੀ ਕਿਸੇ ਨੂੰ ਮਿਲਣ ਤੇ ਕਿਸੇ ਤੀਜੇ ਬੰਦੇ ਬਾਰੇ ਸਾਂਝੀ ਕੀਤੀ ਜਾਂਦੀ ਹੈ। ਸਾਹਿਤ ਅਤੇ ਫਿਲਮਾਂ ਆਦਿ ਨੂੰ ਅਸੀਂ ਹੋਰਾਂ ਦੀਆਂ ਸਮੱਸਿਆਵਾਂ ਜਾਣਨ ਲਈ ਪੜ੍ਹਦੇ ਵੇਖਦੇ ਹਾਂ। ਇਵੇਂ ਹੀ ਹਰ ਕੋਈ ਹੋਰਾਂ ਬਾਰੇ ਟਿੱਪਣੀਆਂ ਕਰਕੇ ਆਪਣੇ ਆਪ ਨੂੰ ਪ੍ਰਗਟਾਉਂਦਾ ਅਤੇ ਹੋਰਾਂ ਦਾ ਮੁਲਾਂਕਣ ਕਰਦਾ ਰਹਿੰਦਾ ਹੈ। ਹਰ ਕਿਸੇ ਨੂੰ ਕੋਈ ਨਾ ਕੋਈ ਨਾਪ ਤੋਲ ਰਿਹਾ ਹੁੰਦਾ ਹੈ। ਕਈਆਂ ਨੂੰ ਨਾਪਿਆ ਅਤੇ ਤੋਲਿਆ ਹੀ ਨਹੀਂ ਜਾਂਦਾ, ਧੋਤਾ ਅਤੇ ਨਿਚੋੜਿਆ ਵੀ ਜਾਂਦਾ ਹੈ। ਲੋਕਾਂ ਦੀਆਂ ਹੋਰਾਂ ਬਾਰੇ ਟਿੱਪਣੀਆਂ ਕਰਨ ਦੀ ਆਦਤ ਸਮਾਜ ਨੂੰ ਉਲਾਰ ਨਹੀਂ ਹੋਣ ਦਿੰਦੀ। ਜੇ ਲੋਕ ਕੁਝ ਨਾ ਕਹਿਣ ਤਾਂ ਹਰ ਕੋਈ ਨਾ ਕੇਵਲ ਮਨਮਾਨੀ ਕਰੇਗਾ, ਸਗੋਂ ਹਾਸੋਹੀਣੇ ਢੰਗ ਨਾਲ ਵਿਚਰ ਕੇ ਸਮਾਜ ਅਤੇ ਜੀਵਨ ਦਾ ਸੰਤੁਲਨ ਵੀ ਵਿਗਾੜ ਦੇਵੇਗਾ। ਲੋਕਾਂ ਦੀ ਕੁਝ ਕਹਿਣ ਦੀ ਆਦਤ ਬਹੁਤੀਆਂ ਹਾਲਤਾਂ ਵਿੱਚ ਇੱਕ ਗੁਣ ਸਾਬਤ ਹੁੰਦੀ ਹੈ। ਇਸ ਨਾਲ ਬੰਦਿਆਂ ਵਿਚਲੀ ਟੇਢ ਨੂੰ ਸਿੱਧਾ ਕੀਤਾ ਜਾਂਦਾ ਹੈ। ਜੇ ਪ੍ਰਜਾਤੰਤਰਕ ਸਮਾਜ ਵਿੱਚ ਰਹਿਣਾ ਹੈ ਤਾਂ ਸਮਾਜ ਦੇ ਨਿਯਮ ਮੰਨਣੇ ਪੈਣਗੇ। ਜੇ ਅਧਿਕਾਰ ਮਾਣਨੇ ਹਨ ਤਾਂ ਕਰਤੱਵ ਪਾਲਣੇ ਪੈਣਗੇ, ਨਹੀਂ ਤਾਂ ਤੁਹਾਡੇ ਬਾਰੇ ਬੜਾ ਕੁਝ ਕਿਹਾ ਸੁਣਿਆ ਅਤੇ ਸੁਣਾਇਆ ਜਾਵੇਗਾ। ਅਸੀਂ ਅਕਸਰ ਘਟਨਾਵਾਂ ਨਹੀਂ ਸਿਰਜਦੇ, ਉਹਨਾਂ ਬਾਰੇ ਆਪਣੇ ਪ੍ਰਤੀਕਰਮ ਪ੍ਰਗਟਾਉਂਦੇ ਹਾਂ। ਕੀ ਕਿਹਾ ਜਾਂਦਾ ਹੈ ਇਹ ਪੱਖ ਹੈ, ਕਿਵੇਂ ਕਿਹਾ ਜਾਂਦਾ ਹੈ ਇਹ ਵਧੇਰੇ ਮਹੱਤਵਪੂਰਨ ਪੱਖ ਹੁੰਦਾ ਹੈ। ਜਦੋਂ ਕਿਸੇ ਦੀ ਪ੍ਰਸ਼ੰਸਾ ਨੂੰ ਲਮਕਾ ਕੇ ਕਿਹਾ ਜਾਵੇ ਤਾਂ ਉਹ ਅਪਮਾਨ ਬਣ ਜਾਂਦੀ ਹੈ। ਕਾਰਟੂਨ ਵੀ ਟਿੱਪਣੀ ਦਾ ਇੱਕ ਢੰਗ ਹੁੰਦਾ ਹੈ। ਜੇ ਤੁਸੀਂ ਭੀੜ ਦਾ ਭਾਗ ਬਣੋਗੇ ਅਤੇ ਪਰੰਪਰਾ ਪਾਲੋਗੇ ਤਾਂ ਤੁਹਾਡੇ ਬਾਰੇ ਕੁਝ ਕਹਿਣ ਦੀ ਬਹੁਤੀ ਸੰਭਾਵਨਾ ਨਹੀਂ ਹੋਵੇਗੀ। ਪਰ ਜਦੋਂ ਹੋਰਾਂ ਨਾਲੋਂ ਵੱਖਰੇ ਹੋਣ ਦਾ, ਮਨਮਾਨੀ ਕਰਨ ਦਾ, ਆਪਣੀ ਮਨਵਾਉਣ ਦਾ ਯਤਨ ਕਰੋਗੇ ਤਾਂ ਲੋਕ ਹੀ ਨਹੀਂ, ਅਖਬਾਰ, ਸਮਾਜਿਕ ਮੀਡੀਆ ਅਤੇ ਟੈਲੀਵਿਜ਼ਨ ਵੀ ਟਿੱਪਣੀ ਕਰਨਗੇ। ਜਦੋਂ ਇੱਕ ਦੁੱਧ ਵੇਚਣ ਵਾਲਾ ਪੈਸੇ ਦੁੱਗਣੇ ਕਰਨ ਦੀਆਂ ਸਕੀਮਾਂ ਨਾਲ ਅਰਬਾਂ ਰੁਪਏ ਇਕੱਤਰ ਕਰਨ ਵਿੱਚ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ ਵਿੱਚ ਫੜਿਆ ਗਿਆ ਤਾਂ ਹਰ ਕੋਈ ਕਹਿ ਰਿਹਾ ਸੀ ਇਹ ਦੁੱਧ ਵੇਚਦਾ ਹੁੰਦਾ ਸੀ, ਜਿਸ ਦਾ ਅਰਥ ਹੈ ਕਿ ਕਿਸੇ ਦੁੱਧ ਵੇਚਣ ਵਾਲੇ ਦੇ ਅਰਬਾਂ ਰੁਪਏ ਦਾ ਮਾਲਕ ਬਣਨਾ ਲੋਕਾਂ ਨੂੰ ਪ੍ਰਵਾਨ ਨਹੀਂ ਸੀ। ਇੱਕ ਡੇਰੇ ਵਾਲੇ ਨੇ ਪਖੰਡ ਨਾਲ ਇਤਨੀ ਮਾਨਤਾ ਉਸਾਰ ਲਈ ਕਿ ਉਹ ਦੁੱਧ ਨਾਲ ਨਹਾਉਣ ਲੱਗ ਪਿਆ ਅਤੇ ਉਸ ਵਰਤੇ ਦੁੱਧ ਦੀ ਖੀਰ ਬਣਾ ਕੇ ਸ਼ਰਧਾਲੂਆਂ ਵਿੱਚ ਵੰਡੀ ਜਾਣ ਲੱਗ ਪਈ। ਜਿਹੜੇ ਉਸ ਨੂੰ ਨਹੀਂ ਮੰਨਦੇ ਸਨ ਉਹਨਾਂ ਨੇ ਸ਼ਰਧਾਲੂਆਂ ਦਾ ਮਖੌਲ ਉਡਾਇਆ ਅਤੇ ਕਈ ਥਾਈਂ ਝੜਪਾਂ ਵੀ ਹੋਈਆਂ। ਸਮਾਜ ਵਿੱਚ ਜੋ ਕੁਝ ਵੀ ਚੰਗਾ ਵਾਪਰਦਾ ਹੈ ਉਸ ਸੰਬੰਧੀ ਵੀ ਲੋਕ ਆਪਣਾ ਪ੍ਰਤੀਕਰਮ ਪ੍ਰਗਟਾਉਂਦੇ ਹਨ। ਪਰਿਵਾਰਕ ਪੱਧਰ ਤੇ ਪਤੀ ਪਤਨੀ, ਸੱਸ ਨੂੰ ਜਠਾਣੀ ਦਰਾਣੀ ਦੀ ਇੱਕ ਦੂਜੇ ਬਾਰੇ ਨੋਕ ਝੋਕ ਚੱਲਦੀ ਰਹਿੰਦੀ ਹੈ। ਸਥਿਤੀ ਉੱਥੇ ਦਿਲਚਸਪ ਹੋ ਜਾਂਦੀ ਹੈ ਜਦੋਂ ਕੋਈ ਕਿਸੇ ਨਾਲ ਵੀ ਰਹਿ ਨਹੀਂ ਸਕਦਾ ਅਤੇ ਉਸ ਤੋਂ ਬਿਨਾਂ ਵੀ ਰਹਿ ਨਹੀਂ ਸਕਦਾ। ਅਜਿਹੀ ਹਾਲਤ ਵਿੱਚ ਲਤੀਫੇ ਭਰੀ ਨੋਕ ਝੋਕ ਚੱਲਣੀ ਸੁਭਾਵਿਕ ਹੁੰਦੀ ਹੈ। ਭੋਜਨ ਤਾਂ ਹੀ ਪ੍ਰਸੰਨਤਾ ਦੇਵੇਗਾ ਜੇ ਭੁੱਖ ਲੱਗੀ ਹੋਵੇ, ਖਰਚਣਾ ਤਾਂ ਹੀ ਚੰਗਾ ਲੱਗੇਗਾ ਜੇ ਆਮਦਨ ਹੋਵੇ, ਦਵਾਈ ਤਾਂ ਹੀ ਪ੍ਰਵਾਨ ਹੋਵੇਗੀ ਜੇ ਰੋਗ ਹੋਵੇ, ਰਜਾਈ ਤਾਂ ਹੀ ਲਈ ਜਾਵੇਗੀ ਜੇ ਠੰਡ ਹੋਵੇ, ਪਿਆਰ ਤਾਂ ਹੀ ਬਰਦਾਸ਼ਤ ਹੋਵੇਗਾ ਜੇ ਪਤੀ ਪਤਨੀ ਵਿਚਕਾਰ ਹੋਵੇ। ਇਹ ਸਾਰੀਆਂ ਚੀਜ਼ਾਂ ਇੱਕ ਦੂਜੀ ਤੇ ਨਿਰਭਰ ਕਰਦੀਆਂ ਅਤੇ ਜੁੜੀਆਂ ਹੋਈਆਂ ਹਨ। ਟਿੱਪਣੀ ਅਕਸਰ ਬੇਮੇਲ ਅਤੇ ਅਢੁਕਵੇਂ ਵਿਹਾਰ ਤੇ ਕੀਤੀ ਜਾਂਦੀ ਹੈ। ਕਿਸੇ ਦੇ ਭੋਗ ਤੇ ਕਿਸੇ ਇਸਤਰੀ ਨੇ ਜੇ ਭੜਕੀਲੇ ਕੱਪੜੇ ਪਾਏ ਹੋਣ ਤਾਂ ਸਾਰੇ ਕੁਝ ਕਹਿਣਗੇ। ਜੇ ਪੁਰਸ਼ ਦਾ ਵਿਹਾਰ ਨਿਰਲੱਜ ਹੋਵੇਗਾ ਤਾਂ ਇਸਤਰੀਆਂ ਕੁਝ ਕਹਿਣ ਦੇ ਨਾਲ ਇਤਰਾਜ਼ ਵੀ ਕਰਨਗੀਆਂ। ਸਾਡੇ ਸਮਾਜ ਵਿੱਚ ਇਸਤਰੀ ਨੂੰ ਵੇਖਿਆ ਵੀ ਵਧੇਰੇ ਜਾਂਦਾ ਹੈ ਅਤੇ ਉਸ ਬਾਰੇ ਕਿਹਾ ਵੀ ਵਧੇਰੇ ਜਾਂਦਾ ਹੈ। ਕਹਿਣ ਵਾਲੇ ਵੀ ਵਧੇਰੇ ਹੁੰਦੇ ਹਨ ਅਤੇ ਕਹਿਣ ਯੋਗ ਵੀ ਵਧੇਰੇ ਹੁੰਦਾ ਹੈ। ਕਿਸੇ ਸਮਾਗਮ ਤੇ ਫੈਸ਼ਨ ਵਾਲੀ ਇਸਤਰੀ ਇੱਕ ਦ੍ਰਿਸ਼ ਵਾਂਗ ਵੇਖੀ ਜਾਂਦੀ ਹੈ, ਕੋਈ ਤਾਂ ਨਜ਼ਾਰਾ ਹੀ ਸਿਰਜ ਦਿੰਦੀ ਹੈ। ਇਸਤਰੀ ਹਰ ਸਥਿਤੀ ਅਤੇ ਸਮਾਗਮ ਅਨੁਸਾਰ ਤਿਆਰ ਹੁੰਦੀ ਹੈ। ਕਿਧਰੇ ਜਾਣ ਵੇਲੇ ਉਸਨੇ ਫੈਸਲਾ ਕਰਨਾ ਹੁੰਦਾ ਹੈ ਕਿ ਉਸਨੇ ਕਿੱਥੇ ਜਾਣਾ ਹੈ, ਉਸ ਨਾਲ ਕਿਸਨੇ ਜਾਣਾ ਹੈ, ਉੱਥੇ ਕਿਤਨਾ ਚਿਰ ਰਹਿਣਾ ਹੈ, ਕਿਤਨੀ ਰੌਸ਼ਨੀ ਹੋਵੇਗੀ, ਵੇਖਣ ਵਾਲੇ ਕਿਤਨੇ ਹੋਣਗੇ, ਕੌਣ ਵੇਖਣਗੇ, ਕਿਵੇਂ ਵੇਖਣਗੇ ਅਤੇ ਕੀ ਵੇਖਣਗੇ ਤੇ ਕੀ ਕਹਿਣਗੇ। ਉਹ ਅਕਸਰ ਇਹ ਵੀ ਵਿਉਂਤਦੀ ਹੈ ਕਿ ਉਹ ਇਹ ਬਿਲਕੁਲ ਨਾ ਕਹਿਣ ਅਤੇ ਇਹ ਜ਼ਰੂਰ ਕਹਿਣ। ਇਹਨਾਂ ਸਾਰੇ ਪੱਖਾਂ ਦਾ ਧਿਆਨ ਰੱਖ ਕੇ ਉਹ ਫੈਸਲਾ ਕਰਦੀ ਹੈ ਕਿ ਕੀ ਵਿਖਾਉਣਾ ਹੈ ਅਤੇ ਕਿਵੇਂ ਵਿਖਾਉਣਾ ਹੈ। ਕਈਆਂ ਨੂੰ ਹਰ ਕਿਸੇ ਬਾਰੇ ਕੁਝ ਕਹਿਣ ਦੀ ਆਦਤ ਹੁੰਦੀ ਹੈ। ਪੁਰਸ਼ਾਂ ਦੇ ਮੁਕਾਬਲੇ ਇਸਤਰੀ ਨੂੰ ਅਮੀਰੀ ਦਾ ਮਾਣ, ਸੋਹਣੇ ਹੋਣ ਦਾ ਗੁਮਾਨ ਅਤੇ ਪਤੀ ਦੇ ਅਹੁਦੇ ਦਾ ਅਭਿਮਾਨ ਵਧੇਰੇ ਹੁੰਦਾ ਹੈ। ਅਜਿਹੀ ਇਸਤਰੀ ਜਦੋਂ ਕਿਸੇ ਬਾਰੇ ਟਿੱਪਣੀ ਕਰਦੀ ਹੈ ਤਾਂ ਉਸ ਨੂੰ ਨੀਵਾਂ ਵਿਖਾਉਣ ਲਈ ਹੀ ਕਰਦੀ ਹੈ। ਸਭ ਤੋਂ ਦਿਲਚਸਪ ਟਿੱਪਣੀਆਂ ਸੱਸ ਨੂੰਹ ਦੀਆਂ ਹੁੰਦੀਆਂ ਹਨ। ਸੱਸ ਨੂੰ ਦੱਸੋ ਤੇਰੀ ਨੂੰਹ ਇਵੇਂ ਕਰਦੀ ਸੀ, ਫਿਰ ਸੱਸ ਨੂੰ ਸੁਣੋ। ਇੱਕ ਦੁਕਾਨਦਾਰ ਨੂੰ ਦੂਜੇ ਦੁਕਾਨਦਾਰ ਬਾਰੇ ਪੁੱਛੋ,
ਇੱਕ ਆਗੂ ਨੂੰ ਦੂਜੇ ਆਗੂ ਦੀ ਯੋਗਤਾ ਬਾਰੇ ਪੁੱਛੋ, ਸਾਰਾ ਨਿੰਦਾ ਪੁਰਾਣ ਸੁਣਨਾ ਪਏਗਾ। ਦੂਜਿਆਂ ਬਾਰੇ ਕੁਝ ਕਹਿਣ ਦੀ ਆਦਤ ਵਿਸ਼ਵ ਵਿਆਪੀ ਹੈ। ਗਰੀਬ ਸਮਾਜਾਂ ਵਿੱਚ ਇਹ ਪ੍ਰਵਿਰਤੀ ਵਧੇਰੇ ਹੈ। ਅਮੀਰ ਸਮਾਜਾਂ ਵਿੱਚ ਕੇਵਲ ਸ਼ਬਦ ਹੀ ਨਹੀਂ ਵਰਤੇ ਜਾਂਦੇ, ਹੋਰ ਵੀ ਕਈ ਢੰਗ ਵਰਤੇ ਜਾਂਦੇ ਹਨ, ਜਿਵੇਂ ਕਿਸੇ ਨੂੰ ਉਡੀਕ ਕਰਵਾ ਕੇ ਜਾਂ ਕਿਸੇ ਨੂੰ ਨਜ਼ਰ ਅੰਦਾਜ਼ ਕਰਕੇ ਬੇਇੱਜ਼ਤੀ ਕੀਤੀ ਜਾਂਦੀ ਹੈ। ਕਿਸੇ ਨੂੰ ਮੂਰਖ ਸਿੱਧ ਕਰਨ ਦਾ ਉਦੇਸ਼ ਆਪਣੇ ਆਪ ਨੂੰ ਅਕਸਰ ਸਿਆਣਾ ਸਿੱਧ ਕਰਨਾ ਹੁੰਦਾ ਹੈ, ਪਰ ਅਕਸਰ ਦੂਜਾ ਦਾ ਮੂਰਖ ਸਿੱਧ ਹੋ ਜਾਂਦਾ ਹੈ, ਪਰ ਕਹਿਣ ਵਾਲਾ ਸਿਆਣਾ ਸਿੱਧ ਨਹੀਂ ਹੁੰਦਾ। ਹਰ ਕਿਸੇ ਦੀ ਆਪਣੇ ਆਪ ਬਾਰੇ ਰਾਏ ਅਤੇ ਉਸ ਬਾਰੇ ਹੋਰਾਂ ਦੀ ਰਾਏ ਵਿੱਚ ਬੜਾ ਅੰਤਰ ਹੁੰਦਾ ਹੈ। ਵਿਰੋਧੀ ਧਿਰ ਨੇ ਹਾਕਮ ਧਿਰ ਵਿੱਚ ਨੁਕਸ ਕੱਢਣੇ ਹੀ ਹੁੰਦੇ ਹਨ। ਸਮਾਜਵਾਦੀਆਂ ਨੇ ਪੂੰਜੀਵਾਦੀ ਭੰਡਣੇ ਹੀ ਹੁੰਦੇ ਹਨ। ਇਸਤਰੀਆਂ ਨੇ ਪੁਰਸ਼ ਕੋਸਣੇ ਹੀ ਹੁੰਦੇ ਹਨ। ਚੋਣਾਂ ਵਿੱਚ ਲੋਕ ਪਾਰਟੀ ਅਤੇ ਉਮੀਦਵਾਰ ਬਾਰੇ ਆਪਣੀ ਰਾਏ ਪ੍ਰਗਟਾਉਂਦੇ ਹਨ। ਜਦੋਂ ਭਾਰਤੀ ਫੌਜ ਦਾ ਇੱਕ ਸੇਵਾ ਮੁਕਤ ਜਰਨੈਲ ਵਿਧਾਨ ਸਭਾ ਦੀ ਹਾਕਮ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਿਆ ਤਾਂ ਉਸ ਦਾ ਵਿਚਾਰ ਸੀ ਕਿ ਲੋਕ ਵੋਟ ਪਾਉਣ ਦੇ ਨਾਲ ਸਲੂਟ ਵੀ ਮਾਰਨਗੇ, ਪਰ ਉਸ ਦੀ ਜ਼ਮਾਨਤ ਹੀ ਜ਼ਬਤ ਹੋ ਗਈ ਤੇ ਲੋਕਾਂ ਨੇ ਉਸ ਦਾ ਨਾਂ ਜ਼ਮਾਨਤ ਜ਼ਬਤ ਜਰਨੈਲ ਪਾ ਦਿੱਤਾ। ਇਵੇਂ ਹੀ ਇੱਕ ਵੱਡੇ ਪੁਲਿਸ ਅਧਿਕਾਰੀ ਨੂੰ ਇੱਕ ਸਧਾਰਨ ਲੋਕ ਗਾਇਕ ਨੇ ਹਰਾ ਦਿੱਤਾ ਅਤੇ ਪੁਲਿਸ ਅਧਿਕਾਰੀ ਦੇ ਆਪਣੇ ਹਰਮਨ ਪਿਆਰੇ ਹੋਣ ਦਾ ਭਰਮ ਤੋੜ ਦਿੱਤਾ, ਕਿਉਂਕਿ ਲੋਕਾਂ ਨੂੰ ਤਾਂ ਮੁਸ਼ਕਲ ਨਾਲ ਉਸ ਦੀ ਖੁੰਭ ਠੱਪਣ ਦਾ ਮੌਕਾ ਮਿਲਿਆ ਸੀ। ਸਮਾਜ ਦੇ ਲਗਭਗ ਹਰੇਕ ਵਰਗ ਅਤੇ ਹਰੇਕ ਜਾਤ ਬਾਰੇ ਬਹੁ ਗਿਣਤੀ ਲੋਕਾਂ ਦੀ ਰਾਏ ਪਹਿਲਾਂ ਹੀ ਸਥਾਪਿਤ ਹੋਈ ਹੁੰਦੀ ਹੈ, ਜਿਸ ਨੂੰ ਅਕਸਰ ਦੁਹਰਾਇਆ ਹੀ ਜਾਂਦਾ ਹੈ। ਇਸਤਰੀਆਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਤਾਂ ਇਵੇਂ ਹੀ ਕਰਦੀਆਂ ਹਨ। ਪੁਰਸ਼ਾਂ ਬਾਰੇ ਇਸਤਰੀਆਂ ਅਕਸਰ ਹੀ ਕਹਿੰਦੀਆਂ ਹਨ, ਇਹ ਤਾਂ ਇਹੋ ਜਿਹੇ ਹੀ ਹੁੰਦੇ ਹਨ। ਦੱਖਣੀ ਭਾਰਤ ਦੇ ਲੋਕਾਂ ਬਾਰੇ ਉੱਤਰੀ ਭਾਰਤ ਦੇ ਲੋਕਾਂ, ਭਾਰਤੀਆਂ ਬਾਰੇ ਪਾਕਿਸਤਾਨੀਆਂ, ਸ਼ਹਿਰੀਆਂ ਬਾਰੇ ਪੇਂਡੂਆਂ ਦੀਆਂ ਟਿੱਪਣੀਆਂ ਸਾਡੀ ਬੋਲਚਾਲ ਦਾ ਹਿੱਸਾ ਹੀ ਬਣ ਗਈਆਂ ਹਨ। ਧਰਮ ਦੀ ਹੁਣ ਪੁਰਾਣੇ ਵੇਲਿਆਂ ਵਾਲੀ ਧਰਵਾਸ ਨਹੀਂ ਰਹੀ, ਜਿਸ ਕਾਰਨ ਧਰਮ ਦਾ ਸੁੱਖ ਮੁੱਕਦਾ ਜਾ ਰਿਹਾ ਹੈ। ਇਸ ਕਾਰਨ ਧਰਮ ਬਾਰੇ ਜੋ ਲੋਕ ਕਹਿੰਦੇ ਹਨ ਉਸ ਤੋਂ ਨਿਰਾਸ਼ਾਵਾਦ ਹੀ ਪ੍ਰਗਟ ਹੁੰਦਾ ਹੈ। ਵੱਖ-ਵੱਖ ਕਾਰਨਾਂ ਕਰਕੇ ਸਮਾਜ ਵਿੱਚ ਉਪਜੇ ਨਿਰਾਸ਼ਾਵਾਦ ਕਾਰਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਨਿਰਸੰਦੇਹ ਆਤਮਘਾਤ ਕਰਨ ਵਾਲਾ ਸਮਾਜ ਅਤੇ ਸਰਕਾਰ ਵਿਚਲੇ ਲੋਕਾਂ ਦੇ ਵਿਹਾਰ ਬਾਰੇ ਠੋਸ ਟਿੱਪਣੀ ਕਰਕੇ ਹੀ ਸੰਸਾਰ ਨੂੰ ਤਿਆਗਦਾ ਹੈ। ਅਜੇ ਤਾਂ ਕਿਸਾਨ ਹੀ ਆਤਮਘਾਤ ਕਰ ਰਹੇ ਹਨ ਅਤੇ ਜੇ ਜੀਵਨ ਵਿੱਚ ਢਹਿੰਦੀ ਕਲਾ ਹੋਰ ਸੰਘਣੀ ਅਤੇ ਡੂੰਘੀ ਹੁੰਦੀ ਗਈ ਤਾਂ ਹੌਲੀ-ਹੌਲੀ ਹੋਰ ਵਰਗ ਵੀ ਇਹ ਢੰਗ ਅਪਣਾਉਣ ਲੱਗ ਪੈਣਗੇ। ਸਮਾਜ ਬਾਰੇ ਲੋਕ ਤੇਜ਼ਾਬੀ ਗੱਲਾਂ ਕਹਿਣ ਲੱਗ ਪਏ ਹਨ। ਯੂਰਪ ਵਿੱਚ ਕੋਈ ਪਰਵਾਹ ਨਹੀਂ ਕਰਦਾ ਕਿ ਲੋਕ ਕੀ ਕਹਿੰਦੇ ਹਨ। ਉਹਨਾਂ ਲਈ ਮਹੱਤਵਪੂਰਨ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ। 19ਵੀਂ ਸਦੀ ਦੇ ਅੱਧ ਵਿੱਚ ਯੂਰਪ ਦੇ ਇੱਕ ਦੇਸ਼ ਵਿੱਚ ਵਿਕਸ ਨਾਂ ਦੇ ਨੌਕਰੀ ਕਰਦੇ ਵਿਅਕਤੀ ਨੂੰ ਉਸ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਬਣਾਉਣ ਕਾਰਨ ਮਾਲਕ ਦਾ ਕਤਲ ਕਰਨ ਦੀ ਸਜ਼ਾ ਵਜੋਂ ਉਸ ਦੇ ਚੁਰਾਹੇ ਵਿੱਚ ਫਾਂਸੀ ਲਗਾਈ ਜਾਣੀ ਸੀ। ਵਿਕਸ ਚਾਹੁੰਦਾ ਸੀ ਕਿ ਲੋਕ ਉਸ ਬਾਰੇ ਚੰਗਾ ਸੋਚਣ। ਉਹ ਬੜੇ ਸ਼ਾਂਤ ਮਨ ਨਾਲ ਇੱਕ ਸੰਤ ਵਾਂਗ ਸ਼ਹੀਦ ਹੋਣਾ ਚਾਹੁੰਦਾ ਸੀ। ਉਹ ਬੜੇ ਸਲੀਕੇ ਨਾਲ ਤਿਆਰ ਹੋਇਆ। ਜਦੋਂ ਉਸ ਨੂੰ ਜਲੂਸ ਦੀ ਸ਼ਕਲ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਆਏ ਲੋਕਾਂ ਦਾ ਮੁਸਕਰਾਹਟ ਨਾਲ ਸਵਾਗਤ ਕੀਤਾ। ਫਾਂਸੀ ਦੇ ਤਖਤੇ ਤੇ ਖਲੋ ਕੇ ਫੰਦਾ ਗਲ ਵਿੱਚ ਪਵਾ ਕੇ 2 ਵਾਰੀ ਉਸਨੇ ਝੁਕ ਕੇ ਭੀੜ ਨੂੰ ਸਲਾਮ ਕੀਤੀ ਅਤੇ ਸਾਰੀ ਭੀੜ ਨੇ ਤਾੜੀਆਂ ਨਾਲ ਜਵਾਬ ਦਿੱਤਾ। ਲੋਕ ਉਸ ਦੇ ਜੁਰਮ ਨੂੰ ਭੁੱਲ ਗਏ ਸਨ ਅਤੇ ਉਸ ਦੇ ਸ਼ਹਾਨਾ ਵਿਹਾਰ ਦੀ ਪ੍ਰਸ਼ੰਸਾ ਕਰ ਰਹੇ ਸਨ। ਇਵੇਂ ਹੀ 19ਵੀਂ ਸਦੀ ਵਿੱਚ ਇੱਕ ਜਰਮਨ ਬਾਗੀ ਤੇ ਜਦੋਂ ਮੁਕੱਦਮਾ ਚਲਾਇਆ ਜਾ ਰਿਹਾ ਸੀ ਤਾਂ ਉਸਨੇ ਅਦਾਲਤ ਵਿੱਚ ਰੋਸ ਪ੍ਰਗਟਾਇਆ ਕਿ ਉਸ ਨੂੰ ਪਹਿਨਣ ਲਈ ਉਸ ਦੀ ਪਸੰਦ ਦਾ ਅਤੇ ਉਸ ਦੇ ਰੁਤਬੇ ਦੀ ਪੱਧਰ ਦਾ ਢੁਕਵਾਂ ਲਿਬਾਸ ਨਹੀਂ ਦਿੱਤਾ ਗਿਆ ਅਤੇ ਫਾਂਸੀ ਲੱਗਣ ਵੇਲੇ ਉਸਨੇ ਰੋਸ ਪ੍ਰਗਟਾਇਆ ਕਿ ਉਸ ਨੂੰ ਤਿਆਰ ਨਹੀਂ ਹੋਣ ਦਿੱਤਾ ਗਿਆ। ਇਵੇਂ ਹੀ ਜਰਮਨੀ ਵਿੱਚ ਹੀ ਆਪਣੀ ਪ੍ਰੇਮਿਕਾ ਨੂੰ ਬੇਵਫਾਈ ਕਾਰਨ ਕਤਲ ਦੇ ਦੋਸ਼ ਵਿੱਚ ਪ੍ਰੇਮੀ ਨੂੰ ਫਾਂਸੀ ਲੱਗਣ ਦੀ ਉਦਾਸੀ ਪਰੇਸ਼ਾਨੀ ਨਹੀਂ ਸੀ। ਉਹ ਕਿਤਨੇ ਹੀ ਦਿਨਾਂ ਤੋਂ ਰਵਾਇਤ ਅਨੁਸਾਰ ਫਾਂਸੀ ਦੇ ਤਖਤੇ ਤੋਂ ਦਿੱਤਾ ਜਾਣ ਵਾਲਾ ਆਪਣਾ ਭਾਸ਼ਣ ਤਿਆਰ ਕਰਦਾ ਰਿਹਾ ਸੀ, ਜਿਸ ਨਾਲ ਉਹ ਯਾਦਗਾਰੀ ਪ੍ਰਭਾਵ ਛੱਡਣਾ ਚਾਹੁੰਦਾ ਸੀ। ਭਗਤ ਸਿੰਘ ਨੇ ਵੀ ਆਪਣੇ ਤੇ ਚੱਲੇ ਇੱਕ ਅਧਿਕਾਰੀ ਦੇ ਕਤਲ ਦੇ ਮੁਕੱਦਮੇ ਨੂੰ ਇਸ ਢੰਗ ਨਾਲ ਵਰਤਿਆ ਸੀ ਕਿ ਉਹ ਮੁਜਰਮ ਨਹੀਂ, ਦੇਸ਼ ਦਾ ਮਹਾਨ ਸ਼ਹੀਦ ਵਜੋਂ ਪ੍ਰਸਿੱਧ ਹੋਇਆ ਸੀ। ਪੰਜਾਬ ਵਿੱਚ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਮਿਲਾਉਣ ਦੀ ਮੰਗ ਲੈ ਕੇ ਮਰਨ ਵਰਤ ਰੱਖਣ ਦਾ ਪ੍ਰਣ ਕੀਤਾ ਸੀ। ਉਸ ਤੋਂ ਪਹਿਲਾਂ ਕਈ ਆਗੂ ਵਰਤ ਤੇ ਬੈਠ ਕੇ ਵਰਤ ਤੋੜਦੇ ਰਹੇ ਸਨ। ਫੇਰੂਮਾਨ ਦੱਸਣਾ ਚਾਹੁੰਦਾ ਸੀ ਕਿ ਅਰਦਾਸ ਕਰਨ ਉਪਰੰਤ ਸਿੱਖ ਦਾ ਪ੍ਰਣ ਕੀ ਹੁੰਦਾ ਹੈ। ਮਰਨ ਵਰਤ ਕਾਰਨ ਲੋਕ ਫੇਰੂਮਾਨ ਦੇ ਪ੍ਰਸ਼ੰਸਕ ਬਣਦੇ ਜਾ ਰਹੇ ਸਨ। ਪੰਜਾਬ ਉੱਤੇ ਸੰਕਟ ਦੇ ਬੱਦਲ ਛਾ ਰਹੇ ਸਨ। ਇੰਦਰਾ ਗਾਂਧੀ ਨੇ ਗੁਰਮੁਖ ਸਿੰਘ ਮੁਸਾਫਰ ਨੂੰ ਆਪਣੇ ਮਿੱਤਰ ਫੇਰੂਮਾਨ ਨੂੰ ਵਰਤ ਤਿਆਗਣ ਲਈ ਮਨਵਾਉਣ ਵਾਸਤੇ ਭੇਜਿਆ। ਫੇਰੂਮਾਨ ਨੇ ਮੁਸਾਫਰ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਮਿੱਤਰ ਮੁਸਾਫਰ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਵੇ।
ਮੁਸਾਫਰ ਨੇ ਮਗਰੋਂ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਵਰਤ ਰੱਖਣ ਵੇਲੇ ਵੀ ਮੈਂ ਫੇਰੂਮਾਨ ਦੀਆਂ ਅੱਖਾਂ ਵਿੱਚ ਉਸ ਦੀ ਦ੍ਰਿੜਤਾ ਭਾਂਪ ਲਈ ਸੀ ਅਤੇ ਜਾਣ ਲਿਆ ਸੀ ਕਿ ਮੇਰੇ ਇਸ ਮਿੱਤਰ ਨੇ ਮਰ ਜਾਣਾ ਹੈ। ਆਪਣੇ ਸਿਦਕ, ਸਿਰੜ ਅਤੇ ਦ੍ਰਿੜਤਾ ਕਾਰਨ ਫੇਰੂਮਾਨ ਨੇ ਅਰਦਾਸ ਕਰਕੇ ਆਰੰਭੇ ਅਤੇ ਨਿਭਾਏ ਮਰਨ ਵਰਤ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਸੀ। ਨਿੱਜੀ ਰਾਏ ਤੋਂ ਅਗਲੇਰਾ ਪੜਾਓ ਲੋਕ ਰਾਏ ਦਾ ਹੁੰਦਾ ਹੈ। ਸੋਹਣੀ ਇਸਤਰੀ ਅਤੇ ਸਿਆਣਾ ਪੁਰਸ਼ ਆਪਣੇ ਬਾਰੇ ਚੰਗੀ ਲੋਕ ਰਾਏ ਉਸਾਰਨ ਦਾ ਯਤਨ ਕਰਦੇ ਹਨ। ਸੰਗੀਤਕਾਰ, ਅਦਾਕਾਰ, ਖਿਡਾਰੀ, ਵਪਾਰਕ ਘਰਾਣੇ, ਵਿਦਿਅਕ ਸੰਸਥਾਵਾਂ ਆਪਣੇ ਪੱਖ ਵਿੱਚ ਲੋਕ ਰਾਏ ਉਸਾਰਦੀਆਂ ਹਨ। ਇਹ ਨਿੰਦਾ ਪ੍ਰਸ਼ੰਸਾ ਤੋਂ ਅਗਲੇਰਾ ਪੜਾਓ ਹੁੰਦਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਲੋਕ ਕੀ ਕਹਿਣਗੇ, ਹੁਣ ਕਿਹਾ ਜਾਂਦਾ ਹੈ ਕਿ ਲੋਕ ਕੀ ਸੋਚਣਗੇ। ਹੁਣ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ ਲੋਕ ਇਵੇਂ ਸੋਚਣ। ਲੋਕਾਂ ਦੀ ਕਿਸੇ ਵਿਅਕਤੀ ਬਾਰੇ ਰਾਏ ਅਕਸਰ ਡੰਗ ਟਪਾਊ, ਆਰਜੀ ਅਤੇ ਭਰਮ ਭੁਲੇਖਿਆਂ ਵਾਲੀ ਹੁੰਦੀ ਹੈ, ਜਿਹੜੀ ਬਦਲਦੀ ਰਹਿੰਦੀ ਹੈ। ਹੁਣ ਸਥਿਰ, ਨਿੱਗਰ ਅਤੇ ਹੰਢਣਸਾਰ ਲੋਕ ਰਾਏ ਉਸਾਰਨ ਦਾ ਯਤਨ ਕੀਤਾ ਜਾਂਦਾ ਹੈ। ਨੀਵੀਆਂ ਥਾਵਾਂ ਤੋਂ ਉੱਠੇ ਲੋਕ ਆਪਣਾ ਨੀਵਾਂਪਣ ਛੁਪਾਉਣ ਲਈ ਚਾਲਬਾਜ਼ ਬਣ ਜਾਂਦੇ ਹਨ। ਇਹ ਵਿਰੋਧ ਨਹੀਂ ਕਰਦੇ, ਵੈਰ ਕਮਾਉਂਦੇ ਹਨ। ਲੋਕਾਂ ਦੀ ਰਾਏ ਦੀ ਪਰਵਾਹ ਕਰਦਿਆਂ ਅਸੀਂ ਅਣਮੰਗੀਆਂ ਕੁਰਬਾਨੀਆਂ ਕਰਦੇ ਰਹਿੰਦੇ ਹਾਂ। ਇੱਕ ਵਿਧਵਾ ਨੇ ਇਸ ਕਰਕੇ ਦੂਜਾ ਵਿਆਹ ਨਾ ਕਰਵਾਇਆ ਕਿ ਲੋਕ ਚੰਗਾ ਨਹੀਂ ਕਹਿਣਗੇ। ਵਾਸਤਵ ਵਿੱਚ ਤੇਜ਼ੀ ਨਾਲ ਬਦਲ ਰਹੀ ਸਮਾਜਿਕ ਸਥਿਤੀ ਵਿੱਚ ਲੋਕਾਂ ਕੋਲ ਕਿਸੇ ਲਈ ਕੁਝ ਕਹਿਣ ਦਾ ਸਮਾਂ ਹੀ ਨਹੀਂ ਹੈ, ਪਰ ਲੋਕ ਫਿਰ ਵੀ ਡਰਦੇ ਰਹਿੰਦੇ ਹਨ। ਲੋਕ ਕੀ ਕਹਿਣਗੇ ਦੀ ਚਿੰਤਾ ਕਰਦੇ ਕਰਦੇ ਅਸੀਂ ਆਪਣੀ ਚਾਲ ਢਾਲ ਅਤੇ ਸ਼ਕਲ ਹੀ ਵਿਗਾੜ ਲੈਂਦੇ ਹਾਂ। ਲੋਕਾਂ ਨੇ ਤਾਂ ਕੁਝ ਨਾ ਕੁਝ ਕਹਿੰਦੇ ਹੀ ਰਹਿਣਾ ਹੁੰਦਾ ਹੈ। ਜੇ ਤੁਸੀਂ ਪੈਸਾ ਕਮਾਓਗੇ, ਲੋਕ ਕਹਿਣਗੇ ਜ਼ਰੂਰ ਬੇਈਮਾਨੀ ਕੀਤੀ ਹੋਵੇਗੀ। ਆਪਣਾ ਕਮਾਇਆ ਪੈਸਾ ਸਾਂਭੋਗੇ, ਲੋਕ ਕਹਿਣਗੇ ਇਹ ਤਾਂ ਮੁੱਠੀ ਹੀ ਨਹੀਂ ਖੋਲ੍ਹਦਾ। ਜੇ ਕੁਝ ਨਹੀਂ ਕਰੋਗੇ, ਕਮਾਓਗੇ, ਤਾਂ ਲੋਕ ਕਹਿਣਗੇ ਇਹ ਤਾਂ ਨਿਕੰਮਾ, ਕਾਮਚੋਰ, ਆਲਸੀ ਹੈ। ਜੇ ਪੈਸੇ ਬਚਾਓਗੇ ਅਤੇ ਸੰਜਮ ਨਾਲ ਖਰਚੋਗੇ, ਲੋਕ ਕਹਿਣਗੇ ਕਿ ਕੰਜੂਸ ਹੈ। ਸਭ ਕੁਝ ਬਦਲ ਰਿਹਾ ਹੈ। ਜੀਵਨ ਦਾ ਸ਼ਹਿਰੀਕਰਨ ਅਤੇ ਰਿਸ਼ਤਿਆਂ ਦਾ ਅੰਤਰਰਾਸ਼ਟਰੀਕਰਨ ਅਤੇ ਗਿਆਨ ਦਾ ਵਿਸ਼ਵੀਕਰਨ ਵਾਪਰ ਰਿਹਾ ਹੈ। ਹੁਣ ਵੇਖਿਆ ਸਮਝਿਆ ਤਾਂ ਸਭ ਕੁਝ ਜਾਂਦਾ ਹੈ, ਪਰ ਕੁਝ ਕਹਿਣ ਦੀ ਪ੍ਰਵਿਰਤੀ ਘਟਦੀ ਜਾ ਰਹੀ ਹੈ। ਹੁਣ ਹਰ ਕਿਸੇ ਦਾ ਯਤਨ ਲੋਕਾਂ ਦੀ ਵਾਹ-ਵਾਹ ਕਮਾਉਣ ਤੇ ਕੇਂਦਰਿਤ ਹੈ। ਹੁਣ ਸਭ ਕੁਝ ਵੱਡੇ ਪੈਮਾਨੇ ਤੇ ਕਰਕੇ ਯਤਨ ਕੀਤਾ ਜਾ ਰਿਹਾ ਹੈ ਕਿ ਲੋਕ ਕੁਝ ਕਹਿਣ। ਹੁਣ ਹੋਰਾਂ ਵੱਲ ਧਿਆਨ ਦੇਣ ਦੀ ਥਾਂ ਉਹਨਾਂ ਦਾ ਧਿਆਨ ਖਿੱਚਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਨਿਰੰਤਰ ਵੱਧ ਰਹੀ ਇਸ਼ਤਿਹਾਰਬਾਜ਼ੀ ਲੋਕਾਂ ਨੂੰ ਸੋਚਣ ਹੀ ਨਹੀਂ ਦੇ ਰਹੀ ਅਤੇ ਲੋਕ ਕਠਪੁਤਲੀਆਂ ਵਾਂਗ ਵਿਹਾਰ ਕਰ ਰਹੇ ਹਨ। ਵਿਅਕਤੀਵਾਦ ਪਸਰ ਰਿਹਾ ਹੈ ਅਤੇ ਹਰ ਕੋਈ ਆਪਣੀ ਰਫ਼ਤਾਰ, ਆਪਣੇ ਢੰਗ ਅਤੇ ਆਪਣੀਆਂ ਤਰਜੀਹਾਂ ਅਨੁਸਾਰ ਜਿਉਣਾ ਚਾਹੁੰਦਾ ਹੈ। ਕੁਝ ਕਹਿਣ ਅਤੇ ਸੁਣਨ ਦੀ ਥਾਂ ਹੁਣ ਵੇਖਣ ਅਤੇ ਵਿਖਾਉਣ ਦਾ ਰੁਝਾਨ ਵੱਧ ਰਿਹਾ ਹੈ। ਜਿਤਨਾ ਚਿਰ ਸੋਚਦੇ ਰਹੋਗੇ ਕਿ ਲੋਕ ਕੀ ਕਹਿਣਗੇ, ਰੁਕੇ ਰਹੋਗੇ। ਆਪਣਾ ਨਿਸ਼ਾਨਾ ਮਿੱਥੋ, ਆਪਣੇ ਆਪ ਬਾਰੇ ਉਸਾਰੂ ਰਾਏ ਉਸਾਰੋ। ਛੋਟੇ ਦਾਇਰਿਆਂ ਵਿੱਚੋਂ ਬਾਹਰ ਨਿਕਲੋ, ਭੀੜ ਤੋਂ ਵੱਖਰੇ ਹੋਵੋ, ਵਿਸ਼ਵ ਪੱਧਰ ਤੇ ਸੋਚੋ ਅਤੇ ਵਿਸ਼ਵ ਪੱਧਰ ਦਾ ਕੁਝ ਨਿਵੇਕਲਾ ਕਰੋ। ਕਾਫਲਾ ਰੁਕਣਾ ਨਹੀਂ ਚਾਹੀਦਾ। ਸੋ ਦੋਸਤੋ, ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਕੱਲ ਮਿਲਾਂਗੇ ਇਸ ਤੋਂ ਅਗਲੇ ਲੇਖ ਨਾਲ। ਧੰਨਵਾਦ।